ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਵੇਖਣ ਦੇ ਲਈ ਆਪਣਾ ਕੀਮਤੀ ਸਮਾਂ ਕੱਢਦੇ ਹੋ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਲਾਭ ਮਿਲ ਰਿਹਾ ਹੋਵੇਗਾ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 5 ਅਧਿਆਏ ਦੀ 1 ਤੋਂ ਲੈ ਕੇ 9 ਆਇਤਾਂ ਤੱਕ ਦਾ ਅਧਿਐਨ ਕੀਤਾ ਸੀ। ਅੱਜ ਅਸੀਂ ਇਸ ਤੋਂ ਅੱਗੇ ਵੇਖਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਦਾਨੀਏਲ ਦੀ ਪ੍ਰਸਿੱਧੀ। ਇਸ ਦੇ ਵਿੱਚ ਅਸੀਂ ਵੇਖਾਂਗੇ ਰਾਣੀ ਦਾ ਸੁਝਾਅ ਅਤੇ ਰਾਜੇ ਦੀ ਬੇਨਤੀ। ਨੰਬਰ 2, ਦਾਨੀਏਲ ਦੀ ਵਫਾਦਾਰੀ। ਇਸ ਦੇ ਵਿੱਚ ਅਸੀਂ ਜਿਹੜੀਆਂ ਗੱਲਾਂ ਦੇ ਉੱਤੇ ਗੌਰ ਕਰਾਂਗੇ ਉਹ ਹਨ, ਉਹਨੇ ਰਾਜੇ ਦੇ ਇਨਾਮ ਦਾ ਇਨਕਾਰ ਕੀਤਾ, ਉਸਨੇ ਰਾਜੇ ਦੀ ਵਿਰਾਸਤ ਦਾ ਬਿਆਨ ਕੀਤਾ, ਉਹਨੇ ਰਾਜੇ ਦੇ ਪਾਪ ਨੂੰ ਫਟਕਾਰਿਆ, ਉਹਨੇ ਰਾਜੇ ਦੇ ਸੰਦੇਸ਼ ਨੂੰ ਪ੍ਰਗਟ ਕੀਤਾ ਅਤੇ ਅਖੀਰ ਦੇ ਵਿੱਚ ਅਸੀਂ ਨੰਬਰ 3 ਬੇਬੀਲੋਨ ਦੇ ਡਿੱਗਣ ਬਾਰੇ ਚਰਚਾ ਕਰਾਂਗੇ। ਤਾਂ ਫਿਰ ਦੋਸਤੋ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹੋਏ ਸੁਣਦੇ ਹਾਂ ਇਹ ਮਸੀਹੀ ਭਜਨ। ਦਾਨੀਏਲ ਦੀ ਪ੍ਰਸਿੱਧੀ 5 ਅਧਿਆਏ 10 ਵਚਨ ਤੋਂ ਲੈ ਕੇ 16 ਵਚਨ ਤੱਕ। ਭਾਗ ਊੜਾ, ਰਾਣੀ ਦਾ ਸੁਝਾਅ 5 ਅਧਿਆਏ 10 ਵਚਨ ਤੋਂ ਲੈ ਕੇ 12 ਵਚਨ ਤੱਕ। ਭਾਗ ਐੜਾ, ਰਾਜੇ ਦੀ ਬੇਨਤੀ 5 ਅਧਿਆਏ 13 ਵਚਨ ਤੋਂ ਲੈ ਕੇ 16 ਵਚਨ ਤੱਕ। ਦਾਨੀਏਲ ਦੀ ਵਫਾਦਾਰੀ 5 ਅਧਿਆਏ 17 ਵਚਨ ਤੋਂ ਲੈ ਕੇ 29 ਵਚਨਾਂ ਤੱਕ। ਭਾਗ ਊੜਾ, ਉਸਨੇ ਰਾਜੇ ਦੇ ਇਨਾਮ ਦਾ ਇਨਕਾਰ ਕੀਤਾ 5 ਅਧਿਆਏ 17 ਵਚਨ। ਭਾਗ ਐੜਾ, ਉਸਨੇ ਰਾਜੇ ਦੀ ਵਿਰਾਸਤ ਦਾ ਬਿਆਨ ਕੀਤਾ 5 ਅਧਿਆਏ 18 ਤੋਂ 21 ਵਚਨ। ਭਾਗ ਈੜੀ, ਉਸਨੇ ਰਾਜੇ ਦੇ ਪਾਪ ਨੂੰ ਫਟਕਾਰਿਆ 5 ਅਧਿਆਏ 22 ਵਚਨ ਤੋਂ ਲੈ ਕੇ 23 ਵਚਨ ਤੱਕ। ਭਾਗ ਸੱਸਾ, ਉਸਨੇ ਰਾਜੇ ਦੇ ਸੰਦੇਸ਼ ਨੂੰ ਪ੍ਰਗਟ ਕੀਤਾ 5 ਅਧਿਆਏ 24 ਤੋਂ 29 ਵਚਨ। ਬੇਬੀਲੋਨ ਦਾ ਡਿੱਗਣਾ 5 ਅਧਿਆਏ 30 ਵਚਨ ਤੋਂ ਲੈ ਕੇ 31 ਵਚਨ ਤੱਕ। ਪਿਛਲੇ ਸੰਦੇਸ਼ ਤੋਂ ਅੱਗੇ ਚੱਲਦੇ ਹੋਏ ਅੱਜ ਅਸੀਂ ਦਾਨੀਏਲ ਅਧਿਆਏ 5 ਦੀ ਐਤ 10 ਤੋਂ ਸ਼ੁਰੂ ਕਰਦੇ ਹਾਂ। ਇਸ ਦੀ ਰੂਪਰੇਖਾ ਇਸ ਤਰ੍ਹਾਂ ਹੈ। ਦਾਨੀਏਲ ਦੀ ਵਫਾਦਾਰੀ ਐਤ 17 ਤੇ 29 ਅਤੇ ਬੇਬੀਲੋਨ ਦਾ ਡਿੱਗਣਾ ਐਤ 30 ਤੋਂ 31। ਨੰਬਰ 3, ਦਾਨੀਏਲ ਦੀ ਪ੍ਰਸਿੱਧੀ 5 ਅਧਿਆਏ 10 ਵਚਨ ਤੋਂ ਲੈ ਕੇ 16 ਵਚਨ ਤੱਕ। ਹੁਣ ਅਸੀਂ ਦਾਨੀਏਲ ਦੀ ਪ੍ਰਸਿੱਧੀ ਨੂੰ ਵੇਖਦੇ ਹਾਂ। ਸ਼ਾਸਤਰ ਦੇ ਇਸ ਭਾਗ ਵਿੱਚ ਰਾਜਾ ਬਲੇਸ਼ਰ 2 ਵਾਰ ਆਖਦਾ ਹੈ ਕਿ ਉਸਨੇ ਦਾਨੀਏਲ ਦੇ ਬਾਰੇ ਸੁਣਿਆ ਹੈ। ਉਸਨੇ ਉਸ ਨੂੰ ਇਸ ਤੋਂ ਪਹਿਲਾਂ ਕਦੇ ਇਸਤੇਮਾਲ ਨਹੀਂ ਕੀਤਾ ਸੀ ਅਤੇ ਉਹ ਉਸਦੇ ਰਾਜਪਾਟ ਦੇ ਇੱਕ ਕਿਨਾਰੇ ਰਹਿੰਦਾ ਸੀ। ਐਤ 14 ਇਹ ਦੱਸਦੀ ਹੈ, ਮੈਂ ਤੇਰੇ ਬਾਰੇ ਸੁਣਿਆ ਹੈ। ਅਤੇ ਐਤ 16 ਵਿੱਚ ਉਹ ਦੁਬਾਰਾ ਇਸ ਤਰ੍ਹਾਂ ਆਖਦਾ ਹੈ, ਉਹ ਆਖਦਾ ਹੈ, ਮੈਂ ਤੇਰੇ ਬਾਰੇ ਸੁਣਿਆ ਹੈ। ਦਾਨੀਏਲ ਇੱਕ ਪ੍ਰਸਿੱਧ ਮਨੁੱਖ ਸੀ, ਬੇਬੀਲੋਨ ਇਤਿਹਾਸ ਦਾ ਇੱਕ ਮਸ਼ਹੂਰ ਹਿੱਸਾ। ਭਾਗ ਊੜਾ, ਰਾਣੀ ਦਾ ਸੁਝਾਅ 5 ਅਧਿਆਏ 10 ਵਚਨ ਤੋਂ ਲੈ ਕੇ 12 ਵਚਨ ਤੱਕ। ਜਦ ਅਸੀਂ ਦਾਨੀਏਲ ਦੀ ਪ੍ਰਸਿੱਧੀ ਵੱਲ ਵੇਖਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਰਾਣੀ ਦਾ ਖਿਆਲ ਆਉਂਦਾ ਹੈ। ਐਤ 10 ਤੋਂ 11 ਉਹ ਆਖਦੀ ਹੈ, ਉੱਥੇ ਇੱਕ ਮਨੁੱਖ ਹੈ। ਰਾਣੀ ਦਾਨੀਏਲ ਨੂੰ ਜਾਣਦੀ ਸੀ। ਮਹਿਲ ਦੇ ਕਿਸੇ ਇੱਕ ਪਾਸੇ ਉਹ ਰਾਣੀ ਰਹਿੰਦੀ ਸੀ। ਲੱਗਦਾ ਤਾਂ ਇਸੇ ਤਰ੍ਹਾਂ ਹੈ ਕਿ ਸ਼ਾਇਦ ਉਹ ਬਲੈਸ਼ਰ ਦੀ ਪਤਨੀ ਨਹੀਂ ਸੀ, ਕਿਉਂ ਜੋ ਸ਼ਾਸਤਰ ਐਤ 2 ਵਿੱਚ ਦੱਸਦਾ ਹੈ ਕਿ ਉਹਦੀਆਂ ਰਾਣੀਆਂ ਅਤੇ ਉਹਦੀਆਂ ਗੋਲੀਆਂ
ਉਸ ਹਾਲ ਵਿੱਚ ਹਾਜ਼ਰ ਸਨ ਜਿੱਥੇ ਸ਼ਰਾਬ ਦੇ ਦੌਰ ਦੀ ਪਾਰਟੀ ਚੱਲ ਰਹੀ ਸੀ ਅਤੇ ਲੱਗਦਾ ਹੈ ਕਿ ਉਸ ਦੀ ਪਤਨੀ ਵੀ ਉਸ ਜਗ੍ਹਾ ਤੇ ਸੀ। ਉਹ ਨਬੂਕਦਨੇਜ਼ਰ ਦੇ ਬਾਰੇ ਸਭ ਕੁਝ ਜਾਣਦੀ ਸੀ। ਉਹ ਜਾਣਦੀ ਸੀ ਕਿ ਨਬੂਕਦਨੇਜ਼ਰ ਦੀ ਨਜ਼ਰਾਂ ਵਿੱਚ ਦਾਨੀਏਲ ਦੀ ਕੀ ਜਗ੍ਹਾ ਹੈ। ਉਹ ਉਸ ਰਾਤ ਸ਼ੋਰ ਸ਼ਰਾਬਾ ਸੁਣ ਕੇ ਉਸ ਹਾਲ ਵਿੱਚ ਆਈ ਅਤੇ ਉੱਥੇ ਉਸ ਨੇ ਸ਼ਰਾਬ ਦੇ ਦੌਰ ਨੂੰ ਵੇਖਿਆ ਅਤੇ ਰਾਜਾ ਬਲੇਸ਼ਰ ਨੂੰ ਬੁਲਾ ਕੇ ਦਾਨੀਏਲ ਦੀ ਸੇਵਕਾਈ ਦੇ ਬਾਰੇ ਦੱਸਿਆ ਜੋ ਉਹ ਜਾਣਦੀ ਸੀ। ਰਾਣੀ ਜਾਣਦੀ ਸੀ ਕਿ ਬਲੇਸ਼ਰ ਦੇ ਸ਼ਾਸਨ ਵਿੱਚ ਦਾਨੀਏਲ ਨੂੰ ਕੋਈ ਮਹੱਤਵਪੂਰਨ ਪਦਵੀ ਨਹੀਂ ਦਿੱਤੀ ਗਈ ਹੈ, ਜਦ ਕਿ ਨਬੂਕਦਨੇਜ਼ਰ ਨੇ ਉਸ ਨੂੰ ਸਭ ਤੋਂ ਉੱਚੀ ਪਦਵੀ ਦਿੱਤੀ ਹੋਈ ਸੀ। ਮੈਂ ਵਿਚਾਰ ਕਰਦਾ ਹਾਂ ਕਿਉਂ। ਇਹ ਇਸ ਲਈ ਸੀ ਕਿ ਜਦ ਬਲੇਸ਼ਰ ਕੋਲ ਹਕੂਮਤ ਆ ਗਈ, ਉਸਨੇ ਉਹ ਹੀ ਜੀਵਨ ਅਪਣਾਇਆ ਜੋ ਉਸਦਾ ਆਪਣਾ ਜੀਵਨ ਸੀ, ਸ਼ਰਾਬ ਦੇ ਨਸ਼ੇ ਵਿੱਚ ਧੁੱਤ ਰਹਿਣਾ। ਉਸਨੇ ਅਹਿਸਾਸ ਕੀਤਾ ਕਿ ਦਾਨੀਏਲ ਦਾ ਨੇੜੇ ਰਹਿਣਾ ਉਸਦੇ ਰਾਜ ਲਈ ਫਾਇਦੇਮੰਦ ਨਹੀਂ ਹੋਵੇਗਾ। ਇਸ ਲਈ ਉਸਨੇ ਉਸ ਨੂੰ ਇੱਕ ਪਾਸੇ ਕਰ ਦਿੱਤਾ। ਉਹ ਦਾਨੀਏਲ ਨੂੰ ਭੁੱਲ ਚੁੱਕੀ ਸੀ। ਉਹ ਉਸ ਦੇ ਬਾਰੇ ਕੁਝ ਨਹੀਂ ਜਾਣਦੀ ਸੀ। ਉਹ ਤਾਂ ਉਸ ਨੂੰ ਇੱਕ ਪਾਸੇ ਕਰ ਚੁੱਕਾ ਸੀ। ਪਰ ਰਾਣੀ ਮਾਂ ਉਸ ਨੂੰ ਨਹੀਂ ਭੁਲਾ ਸਕੀ ਸੀ, ਕਿਉਂ ਜੋ ਉਸਨੇ ਆਪਣੇ ਪਿਤਾ ਦੇ ਸ਼ਾਸਨ ਕਾਲ ਵਿੱਚ ਉਸ ਦੇ ਕੰਮਾਂ ਨੂੰ ਵੇਖਿਆ ਹੋਇਆ ਸੀ। ਉਹ ਜਾਣਦੀ ਸੀ ਕਿ ਦਾਨੀਏਲ 90 ਸਾਲ ਦੀ ਉਮਰ ਤੱਕ ਪਹੁੰਚ ਗਿਆ ਹੈ, ਪਰ ਪੂਰੇ ਰਾਜ ਵਿੱਚ ਉਹ ਹੀ ਇੱਕ ਹੈ ਜੋ ਦੀਵਾਰ ਤੇ ਲਿਖੀਆਂ ਹੋਈਆਂ ਗੱਲਾਂ ਨੂੰ ਪੜ੍ਹ ਕੇ ਮਤਲਬ ਦੱਸ ਸਕਦਾ ਹੈ। ਇਸ ਲਈ ਉਸਨੇ ਬਲੇਸ਼ਰ ਰਾਜੇ ਨੂੰ ਦਾਨੀਏਲ ਬਾਰੇ ਦੱਸਿਆ। ਮੈਂ ਚਾਹੁੰਦਾ ਹਾਂ ਤੁਸੀਂ ਇਸ ਗੱਲ ਵੱਲ ਧਿਆਨ ਦੇਵੋ ਕਿ ਉਸਨੇ ਬਲੇਸ਼ਰ ਨੂੰ 3 ਵਾਰ ਯਾਦ ਕਰਾਇਆ ਕਿ ਕਿਸ ਤਰ੍ਹਾਂ ਦਾਨੀਏਲ ਉਸ ਦੇ ਪਿਤਾ ਦੇ ਰਾਜ ਪਾਠ ਵਿੱਚ ਇੱਕ ਮਹੱਤਵਪੂਰਨ ਮਨੁੱਖ ਸੀ। ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਇਬਰਾਨੀ ਭਾਸ਼ਾ ਵਿੱਚ ਬਜ਼ੁਰਗਾਂ ਨੂੰ ਪਿਤਾ ਆਖਦੇ ਹਨ, ਭਾਵੇਂ ਉਸ ਦਾ ਦਾਦਾ ਹੋਵੇ। 3 ਵਾਰ ਉਹ ਆਖਦੀ ਹੈ। ਐਤ 11 ਵੱਲ ਧਿਆਨ ਦੇਵੋ। ਚਾਨਣ ਤੇ ਸਮਝ ਤੇ ਬੁੱਧ ਦਿਉਤਿਆਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਹੈ, ਜਿਸ ਨੂੰ ਤੇਰੇ ਪਿਤਾ ਨਬੂਕਦਨੇਜ਼ਰ, ਦੂਜੇ ਸ਼ਬਦਾਂ ਵਿੱਚ ਬਲੇਸ਼ਰ, ਇਹ ਮਨੁੱਖ ਤੇਰੇ ਪਿਤਾ ਨਾਲ ਤਾਲੁਕ ਰੱਖਦਾ ਸੀ ਅਤੇ ਜ਼ਰੂਰਤ ਹੈ ਤੂੰ ਮੇਰੀ ਗੱਲ ਵੱਲ ਧਿਆਨ ਦੇ ਜੋ ਮੈਂ ਆਖ ਰਹੀ ਹਾਂ। ਉਸਨੇ ਦਾਨੀਏਲ ਬਾਰੇ ਦੱਸਿਆ। ਉਸ ਨੂੰ ਬੁਲਾ। ਮੈਂ ਇੱਥੇ ਰੋਕ ਕੇ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਜਦ ਤੁਹਾਡੀ ਸੇਵਕਾਈ ਪੂਰੀ ਹੋ ਜਾਵੇਗੀ ਅਤੇ ਤੁਸੀਂ ਆਪਣੇ ਜੀਵਨ ਦੇ ਅੰਤਿਮ ਦਿਨਾਂ ਵਿੱਚ ਹੋਵੋਗੇ ਅਤੇ ਕੋਈ ਯਾਦ ਕਰੇ ਕਿ ਤੁਸੀਂ ਆਪਣੀ ਸੇਵਕਾਈ ਵਿੱਚ ਸ਼ਿਖਰ ਤੇ ਸੀ, ਤਾਂ ਤੁਸੀਂ ਸਮਝ ਜਾਓਗੇ ਕਿ ਉਹ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ। ਇੱਥੇ ਧਿਆਨ ਦਿਓ ਕਿ ਉਸਨੇ ਦਾਨੀਏਲ ਦੇ ਬਾਰੇ ਸੋਚਿਆ। ਸਭ ਤੋਂ ਪਹਿਲਾਂ ਉਸਨੇ ਧਿਆਨ ਦਿੱਤਾ ਕਿ ਉਹ ਇੱਕ ਮਹੱਤਵਪੂਰਨ ਮਨੁੱਖ ਸੀ। ਉਸਨੇ ਆਖਿਆ, ਇੱਥੇ ਇੱਕ ਮਨੁੱਖ ਹੈ। ਦੂਜੇ ਸਾਰੇ ਲੋਕਾਂ ਨਾਲੋਂ ਯਤਨ ਕਰ ਲਿਆ ਸੀ ਪਰ ਦੱਸ ਨਾ ਸਕੇ। ਪਰ ਰਾਜਪਾਟ ਵਿੱਚ ਕੋਈ ਮਨੁੱਖ ਨਾ ਮਿਲਿਆ। ਤਦ ਉਸ ਰਾਣੀ ਦੇ ਮਨ ਵਿੱਚ ਦਾਨੀਏਲ ਦੇ ਬਾਰੇ ਵਿਚਾਰ ਆਇਆ, ਕਿਉਂ ਜੋ ਉਹ ਮਹੱਤਵਪੂਰਨ ਮਨੁੱਖ ਸੀ। ਦੂਸਰੀ ਚੀਜ਼, ਇਹ ਇੱਕ ਰੋਚਕ ਗੱਲ ਹੈ। ਉਹ ਜਾਣਦੀ ਸੀ ਕਿ ਦਾਨੀਏਲ ਇੱਕ ਆਤਮਿਕ ਮਨੁੱਖ ਹੈ। ਉਸਨੇ ਆਖਿਆ, ਇੱਥੇ ਇੱਕ ਮਨੁੱਖ ਹੈ ਜਿਸ ਵਿੱਚ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਹੈ। ਇਸ ਤਰ੍ਹਾਂ ਹੀ ਨਬੂਕਦਨੇਜ਼ਰ ਨੇ ਅਧਿਆਇ 4 ਵਿੱਚ ਆਖਿਆ ਸੀ। ਜਦ ਅਸੀਂ ਉਹ ਅਧਿਆਇ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਕਿ ਨਬੂਕਦਨੇਜ਼ਰ 3 ਵਾਰ ਆਖਦਾ ਹੈ ਕਿ ਦਾਨੀਏਲ ਵਿੱਚ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਹੈ। ਤੁਸੀਂ ਅਧਿਆਇ 4 ਦੀ ਅਤੇ 8, 9 ਅਤੇ 18 ਵੇਖ ਸਕਦੇ ਹੋ। ਰਾਣੀ ਨੇ ਵੀ ਆਪਣੇ ਪਿਤਾ ਦੇ ਉਹਨਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਕਿ ਦਾਨੀਏਲ ਦੇ ਅੰਦਰ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਹੈ। ਉਹ ਆਤਮਿਕ ਮਨੁੱਖ ਸੀ। ਕੀ ਇਹ ਇੱਕ ਮਜ਼ੇਦਾਰ ਗੱਲ ਨਹੀਂ ਹੋਵੇਗੀ? ਜਦ ਤੁਸੀਂ ਆਪਣੇ ਆਖਰੀ ਦਿਨਾਂ ਵਿੱਚ ਆਪਣੀ ਸੇਵਕਾਈ ਪੂਰੀ ਕਰ ਚੁੱਕੇ ਹੋਵੋਗੇ, ਤਦ ਕੋਈ ਤੁਹਾਡੇ ਜੀਵਨ ਅਤੇ ਸੇਵਕਾਈ ਨੂੰ ਯਾਦ ਕਰਕੇ ਆਖੇ, ਮੈਨੂੰ ਉਹ ਮਨੁੱਖ ਯਾਦ ਹੈ, ਉਹ ਆਤਮਿਕ ਮਨੁੱਖ ਸੀ। ਕਿੰਨਾ ਆਨੰਦ ਆਏਗਾ। ਤੀਸਰੀ ਚੀਜ਼, ਉਹ ਉਸ ਨੂੰ ਸ੍ਰੇਸ਼ਟ ਮਨੁੱਖ ਕਰਕੇ ਜਾਣਦੀ ਸੀ। ਉਹ ਐਤ 12 ਵਿੱਚ ਆਖਦੀ ਹੈ, ਉਸ ਵਿੱਚ ਚੰਗਾ ਆਤਮਾ, ਗਿਆਨ ਅਤੇ ਸਮਝ ਹੈ। ਦੂਸਰੇ ਸ਼ਬਦਾਂ ਵਿੱਚ ਉਹ ਮਨੁੱਖ ਦੂਜਿਆਂ ਤੋਂ ਅੱਗੇ ਵੱਧ ਜਾਣ ਦੀ ਯੋਗਤਾ ਰੱਖਦਾ ਹੈ। ਐਤ 11 ਵਿੱਚ ਅਸੀਂ ਪੜ੍ਹਿਆ ਸੀ ਕਿ ਉਸ ਨੂੰ ਦੂਜੇ ਬੁੱਧੀਮਾਨ ਮਨੁੱਖਾਂ ਦੇ ਉੱਤੇ ਵੀ ਪ੍ਰਧਾਨ ਬਣਾ ਦਿੱਤਾ ਸੀ। ਉਸ ਦਾ ਅਹੁਦਾ ਸਭ ਤੋਂ ਉੱਚਾ ਸੀ। ਉਸ ਦੇ ਅੰਦਰ ਸ੍ਰੇਸ਼ਟ ਗੁਣ ਸੀ। ਰਾਣੀ ਮਾਂ ਨੇ ਇਹ ਸਭ ਕੁਝ ਯਾਦ ਕੀਤਾ। ਉਸਨੇ ਦਾਨੀਏਲ ਨੂੰ ਯਾਦ ਕੀਤਾ। ਉਸਨੇ ਆਪਣੇ ਪਿਤਾ ਦੇ ਸ਼ਾਸਨ ਕਾਲ ਵਿੱਚ ਦਾਨੀਏਲ ਦੀ ਤਸਵੀਰ ਨੂੰ ਆਪਣੀਆਂ ਅੱਖਾਂ ਸਾਹਮਣੇ ਲਿਆਂਦਾ। ਤਦ ਉਸਨੇ ਉਸ ਨੂੰ ਇੱਕ ਸਮਝਦਾਰ ਮਨੁੱਖ ਕਰਕੇ ਯਾਦ ਕੀਤਾ। ਉਸਨੇ ਆਖਿਆ ਕਿ ਉਹ ਮਨੁੱਖ ਹੈ ਜੋ ਪਰਮੇਸ਼ਰ ਦੇ ਚਾਨਣ ਨਾਲ ਭਰਿਆ ਹੋਇਆ ਹੈ। ਇਸ ਦਾ ਅਰਥ ਹੈ ਉਹ ਉਸ ਸਮੇਂ ਦੀ
ਗਹਿਰੀਆਂ ਗੱਲਾਂ ਨੂੰ ਜਾਣ ਸਕਦਾ ਹੈ। ਉਹ ਇੱਕ ਦੂਰਦਰਸ਼ੀ ਵਿਅਕਤੀ ਹੈ ਜੋ ਆਉਣ ਵਾਲੀਆਂ ਘਟਨਾਵਾਂ ਨੂੰ ਜਾਣ ਸਕਦਾ ਹੈ ਅਤੇ ਉਹ ਯਾਦ ਕਰਦੀ ਗਈ ਕਿ ਉਹ ਇੱਕ ਕੁਸ਼ਲ ਮਨੁੱਖ ਹੈ। ਰਾਣੀ ਮਾਂ ਨੇ ਦਾਨੀਏਲ ਦੇ ਬਾਰੇ 5 ਚੀਜ਼ਾਂ ਨੂੰ ਯਾਦ ਕੀਤਾ ਅਤੇ ਉਸ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ। ਉਸਨੇ ਕਿਹਾ ਉਹ ਹੀ ਮਾਹਿਰ ਹੈ ਕਿਉਂਕਿ ਉਹ ਸੁਪਨਿਆਂ ਦੀ ਵਿਆਖਿਆ ਕਰ ਸਕਦਾ ਹੈ ਅਤੇ ਆਖਰੀ ਚੀਜ਼ ਉਸਨੇ ਆਖੀ ਕਿ ਉਹ ਪਰੇਸ਼ਾਨੀ ਦੂਰ ਕਰ ਸਕਦਾ ਹੈ। ਇਸ ਦਾ ਅਰਥ ਹੈ ਕਿ ਉਹ ਇਸ ਯੋਗ ਹੈ ਕਿ ਉਲਝਣ ਭਰੀ ਸਮੱਸਿਆ ਨੂੰ ਹੱਲ ਕਰ ਸਕੇ। ਉਹ ਇਸ ਯੋਗ ਹੈ ਕਿ ਸਮੱਸਿਆ ਦੀ ਤਹਿ ਤੱਕ ਜਾ ਕੇ ਉਸ ਦਾ ਖੁਲਾਸਾ ਕਰ ਸਕੇ। ਉਹ ਇਸੇ ਤਰ੍ਹਾਂ ਦਾ ਵਿਅਕਤੀ ਸੀ। ਇਸ ਲਈ ਹੀ ਉਹ ਉਸ ਰਾਤ ਹਾਲ ਵਿੱਚ ਗਈ ਜਿੱਥੇ ਸਾਰੇ ਰਾਜਨੀਤਿਕ ਨੇਤਾ ਸ਼ਰਾਬ ਦੇ ਦੌਰ ਵਿੱਚ ਰੰਗ ਰਲੀਆਂ ਮਨਾ ਰਹੇ ਸਨ। ਉਸ ਨੇ ਆਖਿਆ, ਇੱਥੇ ਇੱਕ ਮਨੁੱਖ ਹੈ, ਮੈਂ ਉਸ ਦੇ ਬਾਰੇ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ। ਉਹ ਇੱਕ ਮਹੱਤਵਪੂਰਨ ਮਨੁੱਖ ਹੈ। ਉਹ ਆਤਮਿਕ ਹੈ, ਉਹ ਸ੍ਰੇਸ਼ਟ ਹੈ, ਉਹ ਬੁੱਧੀਮਾਨ ਹੈ, ਉਹ ਯੁਕਤੀ ਨਾਲ ਭਰਿਆ ਹੋਇਆ ਹੈ। ਬਲੇਸ਼ਰ ਸਮਝ ਇਸ ਵਿੱਚ ਹੀ ਹੈ ਕਿ ਉਸ ਨੂੰ ਹੁਣੇ ਹੀ ਬੁਲਾ ਲਿਆ ਜਾਵੇ। ਭਾਗ ਐੜਾ ਰਾਜੇ ਦੀ ਬੇਨਤੀ 5 ਅਧਿਆਏ 13 ਵਚਨ ਤੋਂ ਲੈ ਕੇ 16 ਵਚਨਾਂ ਤੱਕ। ਹੁਣ ਅਸੀਂ ਐਤ 13 ਤੋਂ 16 ਵਿੱਚ ਰਾਜੇ ਨੂੰ ਵੇਖਦੇ ਹਾਂ। ਉਹ ਦਾਨੀਏਲ ਨੂੰ ਬੁਲਾਵਾ ਭੇਜਦਾ ਹੈ। ਦਾਨੀਏਲ 80 ਜਾਂ 90 ਸਾਲ ਦਾ ਇੱਕ ਬਜ਼ੁਰਗ ਹੈ ਅਤੇ ਉਹ ਹਾਲ ਵਿੱਚ ਆਂਦਾ ਹੈ ਜਿੱਥੇ ਹਜ਼ਾਰਾਂ ਲੋਕ ਬੈਠੇ ਹੋਏ ਸ਼ਰਾਬ ਪੀ ਰਹੇ ਹਨ ਅਤੇ ਰਾਜਾ ਵੀ ਉੱਥੇ ਬੈਠਾ ਹੈ। ਪਰ ਉਹ ਦੀਵਾਰ ਤੇ ਲਿਖੇ ਲੇਖ ਨੂੰ ਪੜ੍ਹ ਕੇ ਘਬਰਾਇਆ ਹੋਇਆ ਹੈ। ਕੀ ਇਹ ਮਜ਼ੇਦਾਰ ਗੱਲ ਨਹੀਂ ਕਿ ਇਸ ਤੋਂ ਪਹਿਲਾਂ ਦਾਨੀਏਲ ਦੀ ਜ਼ਰੂਰਤ ਨਹੀਂ ਸਮਝੀ ਗਈ ਸੀ? ਜੇ ਤੁਸੀਂ ਇਸ ਕਿਤਾਬ ਵਿੱਚ ਪਿੱਛੇ ਜਾ ਕੇ ਇਤਿਹਾਸ ਨੂੰ ਵੇਖੋ ਤਾਂ ਤੁਸੀਂ ਜਾਣ ਜਾਓਗੇ ਕਿ ਦਾਨੀਏਲ ਉਸ ਵੇਲੇ ਹਾਜ਼ਰ ਨਹੀਂ ਸੀ ਜਦ ਨਬੂਕਦਨੇਜ਼ਰ ਨੇ ਪਹਿਲਾ ਸੁਪਨਾ ਵੇਖਿਆ। ਉਹ ਉਸ ਵੇਲੇ ਵੀ ਹਾਜ਼ਰ ਨਹੀਂ ਸੀ ਜਦ ਨਬੂਕਦਨੇਜ਼ਰ ਨੇ ਦੂਜਾ ਸੁਪਨਾ ਵੇਖਿਆ ਅਤੇ ਉਹ ਉਸ ਵੇਲੇ ਵੀ ਹਾਜ਼ਰ ਨਹੀਂ ਸੀ ਜਦ ਪਰਮੇਸ਼ਰ ਨੇ ਆਪਣਾ ਸੰਦੇਸ਼ ਦੀਵਾਰ ਤੇ ਲਿਖ ਕੇ ਦਿੱਤਾ। ਉਹ ਤਾਂ ਹਮੇਸ਼ਾ ਹੀ ਆਪਣੇ ਆਪ ਨੂੰ ਨਸ਼ੇਬਾਜ਼ੀ ਤੋਂ ਦੂਰ, ਰੰਗ ਰਲੀਆਂ ਤੋਂ ਦੂਰ ਅਤੇ ਧਾਰਮਿਕ ਸੰਸਕਾਰਾਂ ਤੋਂ ਦੂਰ, ਪਰ ਹਰੇਕ ਮੁਸੀਬਤ ਵਿੱਚ ਦਾਨੀਏਲ ਦੀ ਹਾਜ਼ਰੀ ਨੂੰ ਮਹਿਸੂਸ ਕੀਤਾ ਜਾਂਦਾ ਸੀ ਅਤੇ ਇਸ ਲਈ ਉਸ ਨੂੰ ਬੁਲਾਇਆ ਗਿਆ। ਇੱਕ ਬਜ਼ੁਰਗ ਅੰਗਰੇਜ਼ ਉਪਦੇਸ਼ਕ ਸੀ ਜਿਸ ਦਾ ਨਾਮ ਜੋਸਫ ਪਾਰਕਰ ਸੀ, ਜੋ ਕਈ ਉਪਦੇਸ਼ਕਾਂ ਲਈ ਆਸ਼ੀਸ਼ ਦਾ ਕਾਰਨ ਬਣਿਆ। ਜੋਸਫ ਪਾਰਕਰ ਨੇ ਸਾਡੇ ਲਈ ਜੋ ਉਪਦੇਸ਼ਕ ਹਨ ਬਹੁਤ ਅੱਛੇ ਸ਼ਬਦ ਲਿਖੇ। ਆਓ ਮੈਂ ਦੱਸਾਂ ਉਸਨੇ ਕੀ ਆਖਿਆ। ਉਸਨੇ ਆਖਿਆ, ਪਰਮੇਸ਼ਰ ਦੇ ਵਚਨ ਦੇ ਉਪਦੇਸ਼ਕੋ, ਬਲੈਸ਼ਨ ਨੂੰ ਇੱਕ ਦਿਨ ਤੁਹਾਡੀ ਜ਼ਰੂਰਤ ਮਹਿਸੂਸ ਹੋਵੇਗੀ। ਤੁਸੀਂ ਦੌਰ ਦੀ ਸ਼ੁਰੂਆਤ ਵਿੱਚ ਤਾਂ ਨਹੀਂ ਹੋਵੋਗੇ, ਪਰ ਉਸ ਦੇ ਖਤਮ ਹੋਣ ਤੋਂ ਪਹਿਲਾਂ ਉੱਥੇ ਹੋਵੋਗੇ। ਰਾਜਾ ਤੁਹਾਨੂੰ ਸ਼ਰਾਬ ਪੀਣ ਲਈ ਤਾਂ ਨਹੀਂ ਆਖੇਗਾ, ਪਰ ਤੁਹਾਨੂੰ ਉਹ ਪੁੱਛੇਗਾ ਕਿ ਉਸ ਦੀ ਦਰਦ ਦਾ ਕੀ ਭੇਤ ਹੈ ਅਤੇ ਕਿਸ ਤਰ੍ਹਾਂ ਉਸ ਦੇ ਦਿਲ ਨੂੰ ਸਕੂਨ ਮਿਲੇਗਾ। ਬਸ ਜਰਾ ਇੰਤਜ਼ਾਰ ਕਰੋ। ਹੁਣ ਤੁਹਾਡੀ ਕੋਈ ਬੁਕਤ ਨਹੀਂ ਹੈ। ਜਦ ਸ਼ਰਾਬ ਦੇ ਦੌਰ ਦੀਆਂ ਰੰਗ ਰਲੀਆਂ ਚੱਲ ਰਹੀਆਂ ਹੋਣ ਤਾਂ ਕੌਣ ਉਪਦੇਸ਼ਕਾਂ ਅਤੇ ਸਿੱਖਸ਼ਕਾਂ ਦੀ ਪਰਵਾਹ ਕਰਦਾ ਹੈ? ਪਰ ਉਪਦੇਸ਼ਕ ਨੂੰ ਉਸ ਦਾ ਮੌਕਾ ਮਿਲੇਗਾ। ਉਹ ਉਸ ਨੂੰ ਬੁਲਾਵਾ ਭੇਜਣਗੇ। ਜਦ ਉਹਨਾਂ ਦੇ ਦੂਜੇ ਮਿੱਤਰ ਅਸਫਲ ਹੋ ਜਾਣਗੇ ਤਦ ਉਹ ਜਗਤ ਵਿੱਚ ਦੁੱਖ ਦੇ ਕਾਰਨ ਲਈ ਆਪਣਾ ਭਾਸ਼ਣ ਦੇਣਗੇ। ਇਹ ਬਹੁਤ ਹੀ ਅੱਛੇ ਸ਼ਬਦ ਹਨ। ਤੁਸੀਂ ਜਾਣਦੇ ਹੋ, ਕਈ ਵਾਰ ਪ੍ਰੈਸ ਉਪਦੇਸ਼ਕਾਂ ਦੇ ਬਾਰੇ ਕਿਸ ਤਰ੍ਹਾਂ ਲਿਖਦੀ ਹੈ, ਜਿਸ ਤਰ੍ਹਾਂ ਕਿ ਉਹ ਮਹੱਤਵਹੀਣ ਵਿਅਕਤੀ ਹਨ। ਅਸੀਂ ਲੋਕਾਂ ਦੀ ਸੋਚ ਦੇ ਅਨੁਸਾਰ ਨੀਵੇਂ ਸਤਰ ਦੇ ਲੋਕ ਹਾਂ। ਮੇਰੇ ਦੋਸਤੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ। ਉਹ ਦਿਨ ਆ ਰਿਹਾ ਹੈ ਜਦ ਉਪਦੇਸ਼ਕ ਬਹੁਤ ਹੀ ਮਹੱਤਵਪੂਰਨ ਵਿਅਕਤੀ ਬਣਨ ਜਾ ਰਹੇ ਹਨ। ਉਹ ਸਮੇਂ ਆ ਗਿਆ ਸੀ ਜਦ ਬਲੇਸ਼ਰ ਨੇ ਫੈਸਲਾ ਕੀਤਾ ਕਿ ਉਪਦੇਸ਼ਕ ਦੀ ਸੁਣੀ ਜਾਵੇ ਅਤੇ ਉਸ ਨੇ ਦਾਨੀਏਲ ਨੂੰ ਬੁਲਾਵਾ ਭੇਜਿਆ। ਐਤ 13 ਦੱਸਦੀ ਹੈ ਕਿ ਦਾਨੀਏਲ ਰਾਜੇ ਦੇ ਅੱਗੇ ਪੇਸ਼ ਹੋ ਗਿਆ। ਧਿਆਨ ਦੇਵੋ, ਸਭ ਤੋਂ ਪਹਿਲਾਂ ਰਾਜਾ ਇਸ ਚੀਜ਼ ਦੀ ਛਾਣਬੀਣ ਕਰਦਾ ਹੈ ਕਿ ਇਹ ਉਹ ਹੀ ਦਾਨੀਏਲ ਹੈ ਜਿਸ ਨੂੰ ਰਾਜਾ ਨਬੂਕਦਨੇਜ਼ਰ ਲਿਆਇਆ ਸੀ। ਹੁਣ ਇੱਥੇ ਇੱਕ ਚੀਜ਼ ਹੈ ਜਿਸ ਦੇ ਬਾਰੇ ਤੁਸੀਂ ਚੂਕ ਕਰਨਾ ਨਹੀਂ ਚਾਹੋਗੇ। ਆਪਣੇ ਮਨ ਦੀਆਂ ਅੱਖਾਂ ਵਿੱਚ ਰਾਜੇ ਦੀ ਤਸਵੀਰ ਲਿਆਓ ਜੋ ਟੇਬਲ ਤੇ ਬੈਠਾ ਹੈ। ਉਸ ਦੇ ਹੱਥ ਵਿੱਚ ਪਿਆਲਾ ਹੈ ਜੋ ਮੰਦਰ ਵਿੱਚੋਂ ਚੋਰੀ ਕਰਕੇ ਲਿਆਂਦਾ ਗਿਆ ਸੀ, ਜੋ ਬੇਬੀਲੋਨ ਵਿੱਚ ਸੀ। ਉਸ ਵਿੱਚ ਸ਼ਰਾਬ ਭਰੀ ਹੋਈ ਹੈ ਅਤੇ ਸੋਨੇ, ਚਾਂਦੀ, ਪਿੱਤਲ ਅਤੇ ਕਾਠ ਦੇ ਪੱਥਰਾਂ ਦੇ ਦਿਓਤਾਂ ਦੀ ਵਡਿਆਈ ਕਰ ਰਹੇ ਹਨ। ਉਸ ਵੇਲੇ ਦਾਨੀਏਲ ਉਹਨਾਂ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ। ਪਹਿਲੀ ਚੀਜ਼ ਜੋ ਰਾਜੇ ਨੇ ਕੀਤੀ, ਉਸ ਨੇ ਆਪਣੇ ਪਿਆਲੇ ਵੱਲ
ਵੇਖਿਆ। ਫਿਰ ਉਹਨੇ ਦਾਨੀਅਲ ਵੱਲ ਵੇਖਿਆ। ਉਸਨੇ ਆਖਿਆ, ਦਾਨੀਅਲ, ਤੂੰ ਉਹ ਦਾਨੀਅਲ ਨਹੀਂ ਜੋ ਬੇਬੀਲੋਨ ਤੋਂ ਉਸ ਵੇਲੇ ਲਿਆਂਦਾ ਗਿਆ ਸੀ, ਜਿਸ ਵੇਲੇ ਇਹ ਭਾਂਡੇ ਵੀ ਨਾਲ ਲਿਆਂਦੇ ਗਏ ਸੀ। ਕੀ ਤੂੰ ਉਹੀ ਹੈ? ਤੂੰ ਉਹ ਦਾਨੀਅਲ ਨਹੀਂ ਹੈ ਜੋ ਇੱਥੇ ਲਿਆਂਦਾ ਗਿਆ ਸੀ ਜਦ ਅਸੀਂ ਲੋਕਾਂ ਨੂੰ ਬੰਧਕ ਬਣਾ ਕੇ ਲਿਆਏ ਸੀ ਅਤੇ ਇਹ ਭਾਂਡੇ ਮੰਦਰ ਵਿੱਚੋਂ ਚੁੱਕ ਕੇ ਲਿਆਏ ਸੀ। ਅਧਿਆਇ 1। ਤੁਸੀਂ ਵੇਖਿਆ ਉਹ ਕੀ ਪੁੱਛ ਰਿਹਾ ਹੈ। ਉਹ ਇਹ ਸਭ ਕੁਝ ਪੂਰੇ ਭਰੋਸੇ ਨਾਲ ਜਾਣਦਾ ਸੀ। ਇਸ ਲਈ ਹੀ ਉਸ ਦਾ ਨਿਉਂ ਦੀਵਾਰ ਤੇ ਲਿਖ ਕੇ ਕੀਤਾ ਗਿਆ। ਉਸ ਦੇ ਹੱਥ ਵਿੱਚ ਉਸ ਦਾ ਪਾਪ ਸੀ ਅਤੇ ਨਬੀ ਉਸ ਦੇ ਸਾਹਮਣੇ ਖੜਾ ਸੀ। ਕਿਸੇ ਨੇ ਆਖਿਆ ਸੀ ਕਿ ਇਹ ਉਹ ਦਾਨੀਅਲ ਨਹੀਂ ਹੈ ਜੋ ਬਲੇਸ਼ਰ ਦੇ ਸਾਹਮਣੇ ਖੜਾ ਹੈ। ਇਹ ਤਾਂ ਬਲੇਸ਼ਰ ਹੈ ਜੋ ਦਾਨੀਅਲ ਦੇ ਸਾਹਮਣੇ ਖੜਾ ਹੈ। ਜਿਸ ਤਰ੍ਹਾਂ ਕਿ ਫਲਕਿਸ ਅਤੇ ਪਲੂਸ ਨਵੇਂ ਨੇਮ ਵਿੱਚ। ਐਤ 14 ਦੱਸਦੀ ਹੈ, ਰਾਜਾ ਆਖਦਾ ਹੈ, ਮੈਂ ਤੇਰੇ ਬਾਰੇ ਸੁਣਿਆ ਹੈ ਕਿ ਦਿਉਤਿਆਂ ਦਾ ਆਤਮਾ ਤੇਰੇ ਵਿੱਚ ਹੈ ਅਤੇ ਚਾਨਣ ਤੇ ਸਮਝ ਤੇ ਚੰਗੀ ਬੁੱਧ ਤੇਰੇ ਵਿੱਚ ਹੈ। ਆਓ ਵੇਖੀਏ ਐਤ 15 ਵਿੱਚ ਰਾਜਾ ਆਪਣੀ ਅਸਫਲਤਾ ਨੂੰ ਕਿਸ ਤਰ੍ਹਾਂ ਬਿਆਨ ਕਰ ਰਿਹਾ ਹੈ। ਉਸਨੇ ਆਖਿਆ, ਅਤੇ ਹੁਣ ਗਿਆਨੀ ਅਤੇ ਜੋਸ਼ੀ ਮੇਰੇ ਸਾਹਮਣੇ ਕੀਤੇ ਗਏ ਸਨ, ਇਸ ਕਰਕੇ ਜੋ ਇਸ ਲਿਖਤ ਨੂੰ ਪੜ੍ਹਨ ਅਤੇ ਉਸ ਦਾ ਅਰਥ ਮੇਰੇ ਉੱਤੇ ਪ੍ਰਗਟ ਕਰਨ। ਪਰ ਉਹ ਉਸ ਦਾ ਅਰਥ ਪ੍ਰਗਟ ਨਾ ਕਰ ਸਕੇ, ਪਰ ਉਹ ਇਸ ਬਾਰੇ ਕੁਝ ਨਾ ਦੱਸ ਸਕੇ। ਇਸ ਲਈ ਦਾਨੀਅਲ, ਤੂੰ ਹੀ ਹੁਣ ਆਖਰੀ ਸਹਾਰਾ ਹੈ। ਹੁਣ ਅਸੀਂ ਐਤ 16 ਵਿੱਚ ਚੱਲਦੇ ਹਾਂ, ਜਿੱਥੇ ਉਹ ਦਾਨੀਅਲ ਨਾਲ ਵਾਅਦਾ ਕਰਦਾ ਹੈ ਕਿ ਜੇ ਉਸਨੇ ਉਸ ਲੇਖਤ ਦਾ ਅਰਥ ਦੱਸ ਦਿੱਤਾ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸਮਝੋ। ਸਿਰਫ ਇੱਕ ਚੀਜ਼ ਜੋ ਬਲੈਸ਼ਰ ਜਾਣਦਾ ਸੀ ਕਿ ਕਿਸ ਤਰ੍ਹਾਂ ਦਾਨੀਅਲ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਠੀਕ ਇਸ ਤਰ੍ਹਾਂ ਹੀ ਅੱਜ ਜਗਤ ਵਿੱਚ ਜਾਣਦਾ ਹਾਂ। ਅੱਜ ਸੰਸਾਰ ਇਹ ਹੀ ਜਾਣਦਾ ਹੈ ਕਿ ਕੁਝ ਦੇਖ ਕੇ ਕਿਸ ਤਰ੍ਹਾਂ ਉਕਸਾਇਆ ਜਾ ਸਕਦਾ ਹੈ। ਇੱਥੋਂ ਤੱਕ ਕਿ ਉਹ ਆਤਮਿਕ ਮਨੁੱਖ ਨਾਲ ਵੀ ਇਸ ਤਰ੍ਹਾਂ ਹੀ ਕਰਨਾ ਚਾਹੁੰਦੇ ਹਨ। ਸੰਸਾਰ ਵਿੱਚ ਤਿੰਨ ਚੀਜ਼ਾਂ ਦਾ ਹੀ ਬੋਲਬਾਲਾ ਹੈ: ਪਦਵੀ, ਦੌਲਤ ਅਤੇ ਅਧਿਕਾਰ। ਜੇ ਹੁਣ ਤੂੰ ਇਸ ਲਿਖਤ ਨੂੰ ਪੜ੍ਹੇ ਅਤੇ ਉਸ ਦਾ ਅਰਥ ਮੈਨੂੰ ਦੱਸੇ ਤਾਂ ਮੈਂ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਵਾਂਗਾ ਅਤੇ ਤੇਰੇ ਗਲ ਵਿੱਚ ਸੋਨੇ ਦਾ ਕੈਠਾ ਪਾਇਆ ਜਾਏਗਾ ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਏਗਾ। ਦਾਨੀਅਲ ਨੂੰ ਉੱਚੀ ਪਦਵੀ ਅਤੇ ਧਨ ਦੌਲਤ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਅੱਜ ਸੰਸਾਰ ਵਿੱਚ ਇਸ ਤਰ੍ਹਾਂ ਹੀ ਹੋ ਰਿਹਾ ਹੈ। ਉਹ ਇਸ ਤਰ੍ਹਾਂ ਹੀ ਉਕਸਾ ਕੇ ਉਤਸ਼ਾਹਿਤ ਕਰਦੇ ਹਨ। ਸੰਸਾਰ ਬਸ ਇਹ ਹੀ ਜਾਣਦਾ ਹੈ। ਦਾਨੀਅਲ, ਜੇ ਤੂੰ ਇਹ ਕਰੇ ਜੋ ਮੈਂ ਚਾਹੁੰਦਾ ਹਾਂ ਤਾਂ ਇਹ ਸਭ ਚੀਜ਼ਾਂ ਤੂੰ ਲੈ ਸਕਦਾ ਹੈ। ਨੰਬਰ 4, ਦਾਨੀਅਲ ਦੀ ਵਫਾਦਾਰੀ। 5 ਅਧਿਆਇ 17 ਵਚਨ ਤੋਂ ਲੈ ਕੇ 29 ਵਚਨਾਂ ਤੱਕ। ਹੁਣ ਇੱਥੇ ਇੱਕ ਮਜ਼ੇਦਾਰ ਘਟਨਾ ਘਟ ਰਹੀ ਹੈ। ਅਸੀਂ ਦਾਨੀਅਲ ਦੀ ਵਫਾਦਾਰੀ ਨੂੰ ਵੇਖਦੇ ਹਾਂ 17 ਤੋਂ 29 ਵਚਨਾਂ ਤੱਕ। ਹੁਣ ਤੁਸੀਂ ਆਪਣੇ ਆਪ ਨੂੰ ਉਸ ਦੌਰ ਦੇ ਹਾਲ ਵਿੱਚ ਲੈ ਚਲੋ ਅਤੇ ਕੁਝ ਦੇਰ ਲਈ ਸੁਣੋ। ਉੱਥੇ ਇੱਕ ਲੰਮਾ ਅਤੇ ਸ਼ਰਧਾਲੂ ਨਬੀ ਖੜਾ ਹੈ। ਉਸ ਦੇ ਕੋਲ ਕੋਈ ਚੰਗੀ ਚੀਜ਼ ਨਹੀਂ ਹੈ ਜੋ ਬਲੇਸ਼ਰ ਨੂੰ ਆਖ ਸਕੇ। ਤੁਸੀਂ ਜਾਣਦੇ ਹੋ, ਅਸੀਂ 4ਥੇ ਅਧਿਆਇ ਵਿੱਚ ਪੜ੍ਹਿਆ ਸੀ ਕਿ ਇਸ ਤਰ੍ਹਾਂ ਹੀ ਉਹ ਇੱਕ ਦਿਨ ਨਬੂਕਦਨੇਜ਼ਰ ਦੇ ਸਾਹਮਣੇ ਸੁਪਨੇ ਦਾ ਅਰਥ ਦੱਸਣ ਲਈ ਖੜਾ ਸੀ। ਉਸਨੇ ਆਖਿਆ ਸੀ, ਨਬੂਕਦਨੇਜ਼ਰ, ਮੈਂ ਚਾਹੁੰਦਾ ਹਾਂ ਕਿ ਇਹ ਗੱਲ ਤੇਰੇ ਦੁਸ਼ਮਣਾਂ ਲਈ ਸੱਚ ਹੋ ਜਾਏ, ਤੇਰੇ ਨਾਲ ਜੋ ਨਫ਼ਰਤ ਕਰਦੇ ਹਨ। ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਤੇਰੇ ਲਈ ਸੱਚ ਹੈ। ਤੁਸੀਂ ਇੱਥੇ ਵੇਖ ਸਕਦੇ ਹੋ ਕਿ ਦਾਨੀਅਲ ਨਬੂਕਦਨੇਜ਼ਰ ਨੂੰ ਪਿਆਰ ਕਰਦਾ ਸੀ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉਹ ਬਲੇਸ਼ਰ ਨੂੰ ਪ੍ਰੇਮ ਨਹੀਂ ਕਰਦਾ ਸੀ। ਤੁਸੀਂ ਜਾਣਦੇ ਹੋ ਕਿਉਂ? ਬਲੇਸ਼ਰ ਨੇ ਉਸ ਦੇ ਪਵਿੱਤਰ ਪਰਮੇਸ਼ਰ ਦਾ ਅਪਮਾਨ ਕੀਤਾ ਸੀ। ਨਬੀ ਦੇ ਦਿਲ ਵਿੱਚ ਇਸ ਤੋਂ ਬੁਰੀ ਗੱਲ ਕੋਈ ਹੋਰ ਨਹੀਂ ਹੁੰਦੀ। ਬਲੇਸ਼ਰ ਨੇ ਉਹਨਾਂ ਪਿਆਲਿਆਂ ਵਿੱਚੋਂ ਆਪਣੇ ਦਿਉਤਾ ਦੇ ਸਾਹਮਣੇ ਸ਼ਰਾਬ ਚੁੱਕੀ ਜੋ ਪਿਆਲੇ ਪਵਿੱਤਰ ਪਰਮੇਸ਼ਰ ਲਈ ਸਨ। ਦਾਨੀਅਲ ਉੱਥੇ ਆਪਣੇ ਮਨ ਵਿੱਚ ਕ੍ਰੋਧ ਨਾਲ ਭਰਿਆ ਹੋਇਆ ਖੜਾ ਸੀ ਅਤੇ ਉਸ ਆਤਮਾ ਦੇ ਬਾਰੇ ਸੋਚ ਰਿਹਾ ਸੀ ਜਿਸ ਨੇ ਇਹ ਭਿਅੰਕਰ ਸ਼ਬਦ ਦੀਵਾਰ ਉੱਤੇ ਲਿਖੇ ਸੀ। ਤੁਸੀਂ ਜਾਣਦੇ ਹੋ, ਦਾਨੀਅਲ ਜਾਣਦਾ ਸੀ ਕਿ ਉਹ ਕੌੜੇ ਸ਼ਬਦਾਂ ਦੇ ਬਾਰੇ ਦੱਸਣ ਜਾ ਰਿਹਾ ਹੈ ਜਿਸ ਨੂੰ ਇਸ ਬਜ਼ੁਰਗ ਪਾਪੀ ਨੇ ਆਪਣੇ ਜੀਵਨ ਵਿੱਚ ਕਦੇ ਨਹੀਂ ਸੁਣਿਆ ਹੋਵੇਗਾ। ਭਾਗ ਊੜਾ। ਉਸਨੇ ਰਾਜੇ ਦਾ ਇਨਾਮ ਦਾ ਇਨਕਾਰ ਕੀਤਾ। ਮੈਂ ਪਸੰਦ ਕਰਦਾ ਹਾਂ ਜੋ ਉਸਨੇ ਕੀਤਾ। ਉਸਨੇ 4 ਚੀਜ਼ਾਂ ਕੀਤੀਆਂ। ਸਭ ਤੋਂ ਪਹਿਲਾਂ ਉਸਨੇ ਰਾਜੇ ਦੇ ਤੋਹਫਿਆਂ ਦਾ ਇਨਕਾਰ ਕੀਤਾ। ਦਾਨੀਅਲ ਨੇ ਉੱਤਰ ਦਿੱਤਾ, ਤੇਰੇ ਇਨਾਮ ਤੇਰੇ ਕੋਲ ਹੀ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇ।
ਉਸਨੇ ਨਬੁਕਦਨਜ਼ਰ ਦਾ ਮਾਣ ਕੀਤਾ ਅਤੇ ਬਲੇਸ਼ਰ ਦਾ ਇਨਕਾਰ ਕੀਤਾ। ਸਪਸ਼ਟ ਹੈ ਦਾਨੀਏਲ ਦੇ ਦਿਲ ਵਿੱਚ ਇਸ ਦੁਸ਼ਟ ਰਾਜੇ ਦੇ ਪਾਪ ਲਈ ਨਫ਼ਰਤ ਸੀ। ਉਸਨੇ ਉਸ ਦੇ ਤੋਹਫੇ ਲੈਣਾ ਪਸੰਦ ਨਹੀਂ ਕੀਤੇ। ਉਸਨੇ ਠੀਕ ਉਸ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਪੁਰਾਣੇ ਨੇਮ ਵਿੱਚ ਅਬਰਾਹਾਮ ਨੇ ਕੀਤਾ ਸੀ। ਤੁਹਾਨੂੰ ਯਾਦ ਹੋਵੇਗਾ ਜਦ ਅਬਰਾਹਾਮ ਸੋਦੋਮ ਦੇ ਰਾਜਾ ਕੋਲ ਗਿਆ ਸੀ ਅਤੇ ਸੋਦੋਮ ਦਾ ਰਾਜਾ ਇਹ ਸਭ ਚੰਗੀਆਂ ਚੀਜ਼ਾਂ ਉਸ ਨੂੰ ਦੇਣਾ ਚਾਹੁੰਦਾ ਸੀ। ਮੈਂ ਅਬਰਾਹਾਮ ਨੂੰ ਪ੍ਰੇਮ ਕਰਦਾ ਹਾਂ। ਉਸਨੇ ਵੀ ਇਸੇ ਤਰ੍ਹਾਂ ਆਪਣੀ ਆਤਮਾ ਵਿੱਚ ਸਾਹਸ ਅਤੇ ਹੌਸਲਾ ਜ਼ਾਹਿਰ ਕੀਤਾ ਸੀ। ਅਬਰਾਹਾਮ ਨੇ ਸੋਦੋਮ ਦੇ ਰਾਜੇ ਨੂੰ ਕਿਹਾ ਸੀ, ਮੈਂ ਆਪਣੇ ਹੱਥ ਆਪਣੇ ਪ੍ਰਭੂ ਵੱਲ ਚੁੱਕ ਕੇ, ਜੋ ਅਤਿ ਮਹਾਨ ਹੈ, ਧਰਤੀ ਆਕਾਸ਼ ਦਾ ਮਾਲਿਕ ਹੈ, ਕਿ ਮੈਂ ਤੇਰੇ ਕੋਲੋਂ ਆਪਣੇ ਜੁੱਤੇ ਲਈ ਇੱਕ ਤਸ਼ਮਾ ਵੀ ਨਹੀਂ ਲਵਾਂਗਾ, ਕਿਉਂ ਜੋ ਤੂੰ ਆਖ ਸਕੇ ਕਿ ਮੈਂ ਅਬਰਾਹਾਮ ਨੂੰ ਅਮੀਰ ਬਣਾਇਆ ਹੈ। ਉਤਪਤੀ 14 ਅਧਿਆਇ 22 ਤੇ 23 ਵਚਨ। ਅਬਰਾਹਾਮ ਨੇ ਆਖਿਆ, ਮੈਂ ਤੇਰੀ ਕੋਈ ਚੀਜ਼ ਨਹੀਂ ਚਾਹੁੰਦਾ, ਤੂੰ ਆਪਣੀਆਂ ਚੀਜ਼ਾਂ ਆਪਣੇ ਕੋਲ ਰੱਖ, ਮੈਨੂੰ ਤੇਰੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਮਾਨ ਸਨਮਾਨ, ਪ੍ਰਧਾਨਤਾ ਅਤੇ ਪਦਵੀ ਪਰਮੇਸ਼ਰ ਦੇ ਜਾਣ ਲਈ ਕੋਈ ਮਹੱਤਤਾ ਨਹੀਂ ਰੱਖਦੀਆਂ। ਇਸ ਲਈ ਦਾਨੀਏਲ ਨੇ ਰਾਜੇ ਨੂੰ ਆਖਿਆ ਕਿ ਤੂੰ ਆਪਣੀਆਂ ਚੀਜ਼ਾਂ ਕਿਸੇ ਹੋਰ ਨੂੰ ਦੇ। ਉਸਨੇ ਉਸਦੀਆਂ ਚੀਜ਼ਾਂ ਦਾ ਇਨਕਾਰ ਕਰ ਦਿੱਤਾ। ਹੁਣ ਸੈਮੂਅਲ ਨੂੰ ਵੇਖੋ ਜੋ ਉਹਦੇ ਵਰਗਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਕੁਝ ਚੀਜ਼ਾਂ ਆਪਣੀਆਂ ਕਾਪੀ ਵਿੱਚ ਲਿਖ ਲਵੋ। ਪਰਮੇਸ਼ਰ ਦੇ ਕਦੇ ਕਈ ਹੋਰ ਲੋਕਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀ। ਮੈਂ ਅਬਰਾਹਾਮ ਦੇ ਬਾਰੇ ਦੱਸਿਆ ਹੈ। ਤੁਸੀਂ ਸੈਮੂਅਲ ਦੇ ਬਾਰੇ 1 ਸੈਮੂਅਲ 12 ਅਧਿਆਇ 1 ਵਚਨ ਤੋਂ ਲੈ ਕੇ 5 ਵਚਨਾਂ ਵਿੱਚ ਇਸ ਕਹਾਣੀ ਨੂੰ ਪੜ੍ਹ ਸਕਦੇ ਹੋ। ਇਸੇ ਤਰ੍ਹਾਂ ਮੂਸਾ ਦੇ ਬਾਰੇ ਗਿਣਤੀਆਂ 15 ਵਿੱਚ ਅਤੇ ਪੌਲੁਸ ਰਸੂਲਾਂ ਦੇ ਕਿਤਾਬ 20 ਅਧਿਆਇ 33 ਵਿੱਚ ਆਖਦਾ ਹੈ, ਮੈਨੂੰ ਕਿਸੇ ਮਨੁੱਖ ਦੇ ਸੋਨੇ ਅਤੇ ਚਾਂਦੀ ਦਾ ਲੋਭ ਨਹੀਂ ਹੈ। ਉਸੇ ਹੀ ਤਰ੍ਹਾਂ ਦਾਨੀਏਲ ਬਲੇਸ਼ਰ ਨੂੰ ਆਖ ਰਿਹਾ ਹੈ, ਆਪਣੇ ਤੋਹਫੇ ਆਪਣੇ ਕੋਲ ਰੱਖ ਅਤੇ ਕਿਸੇ ਹੋਰ ਨੂੰ ਦੇ ਦੇ। ਉਸਨੇ ਰਾਜੇ ਦੇ ਤੋਹਫਿਆਂ ਦਾ ਇਨਕਾਰ ਕਰ ਦਿੱਤਾ। ਭਾਗ ਐੜਾ। ਉਸਨੇ ਰਾਜੇ ਦੇ ਵੰਸ਼ ਅਤੇ ਇਤਿਹਾਸ ਦਾ ਬਿਆਨ ਕੀਤਾ। 5 ਅਧਿਆਇ 18 ਵਚਨ ਤੋਂ ਲੈ ਕੇ 21 ਵਚਨਾਂ ਤੱਕ। ਹੁਣ ਦੂਸਰੀ ਚੀਜ਼ ਨੂੰ ਵੇਖੋ, ਉਹ ਰਾਜੇ ਨੂੰ ਸੰਦੇਸ਼ ਦੇ ਰਿਹਾ ਹੈ ਕਿ ਉਹ ਉਤਸ਼ਾਹਿਤ ਹੋ ਕੇ ਕੁਝ ਗਰਮ ਹੋ ਸਕੇ। ਉਸਨੇ ਉਸਦੇ ਤੋਹਫਿਆਂ ਦਾ ਇਨਕਾਰ ਕਰ ਦਿੱਤਾ। ਹੁਣ ਉਹ ਉਸਦੇ ਵੰਸ਼ ਅਤੇ ਇਤਿਹਾਸ ਦੇ ਬਾਰੇ ਦੱਸਣ ਜਾ ਰਿਹਾ ਹੈ। ਧਿਆਨ ਦੇਵੋ, ਦਾਨੀਏਲ ਨੇ ਉੱਤਰ ਦੇ ਕੇ ਆਖਿਆ, ਹੇ ਰਾਜਾ, ਅਤਿ ਮਹਾਨ ਪਰਮੇਸ਼ਰ ਨੇ ਨਬੁਕਦਨਜ਼ਰ ਤੇਰੇ ਪਿਤਾ ਨੂੰ ਰਾਜ, ਬਜ਼ੁਰਗੀ, ਮਹਿਮਾ ਤੇ ਪ੍ਰਤਾਪ ਦਿੱਤਾ ਅਤੇ ਉਸ ਬਜ਼ੁਰਗੀ ਦੇ ਕਾਰਨ ਜੋ ਉਸਨੇ ਤਿਸ ਨੂੰ ਦਿੱਤੀ, ਸਾਰੇ ਲੋਕ ਅਤੇ ਕੌਮਾਂ ਅਤੇ ਭਾਖਿਆ ਉਹਦੇ ਸਾਹਮਣੇ ਡਿੱਗੀਆਂ ਅਤੇ ਕੰਬੀਆਂ। ਜਿਹਨੂੰ ਚਾਹਿਆ ਉਹਨੂੰ ਉਸਨੇ ਮਾਰ ਸੁੱਟਿਆ ਅਤੇ ਜਿਹਨੂੰ ਚਾਹਿਆ ਉਸ ਨੂੰ ਜਿਉਂਦਾ ਰੱਖਿਆ। ਜਿਹਨੂੰ ਚਾਹਿਆ ਉਸ ਨੂੰ ਵਧਾਇਆ ਅਤੇ ਜਿਹਨੂੰ ਚਾਹਿਆ ਉਸ ਨੂੰ ਘਟਾਇਆ। ਪਰ ਜਦੋਂ ਉਸ ਦਾ ਸੁਭਾਅ ਹੰਕਾਰੀ ਹੋਇਆ ਅਤੇ ਉਹਦਾ ਆਤਮਾ ਕਰੜਾ ਹੋਇਆ, ਇੱਥੋਂ ਤੀਕਰ ਕਿ ਉਹ ਘਮੰਡ ਕਰਦਾ ਰਿਹਾ, ਤਾਂ ਉਹ ਆਪਣੇ ਰਾਜ ਸਿਆਸਨ ਤੋਂ ਲਾਇਆ ਗਿਆ ਅਤੇ ਉਹਦੀ ਪੱਤ ਪ੍ਰਤੀਤ ਖੁੱਸ ਗਈ ਅਤੇ ਉਹ ਮਨੁੱਖ ਬੰਸੀਆਂ ਵਿੱਚੋਂ ਧੱਕਿਆ ਗਿਆ ਅਤੇ ਉਹਦਾ ਮਨ ਪਸ਼ੂਆਂ ਜਿਹਾ ਬਣਿਆ ਅਤੇ ਉਜਾੜ ਦੇ ਖੋਤਿਆਂ ਨਾਲ ਉਹ ਵੱਸਦਾ ਸੀ ਅਤੇ ਉਹਨੂੰ ਬਲਦਾਂ ਵਾਂਗੂ ਘਾਹ ਚਰਾਉਂਦੇ ਸਨ ਅਤੇ ਉਹਦਾ ਸਰੀਰ ਆਕਾਸ਼ ਦੀ ਤਰੇਲ ਨਾਲ ਗਿੱਲਾ ਹੋਇਆ। ਇੱਥੋਂ ਤੀਕਰ ਜੋ ਉਹਨੇ ਨਹੀਂ ਜਾਤਾ ਪਾਈ, ਅਤਿ ਮਹਾਨ ਪਰਮੇਸ਼ਰ ਮਨੁੱਖਾਂ ਦੇ ਰਾਜ ਉੱਤੇ ਰਾਜ ਕਰਦਾ ਹੈ ਅਤੇ ਜਿਹਨੂੰ ਚਾਹੇ ਉਹਨੂੰ ਉਸ ਦੇ ਉੱਤੇ ਅਟਲ ਕਰਦਾ ਹੈ। ਬਸ ਇਹ ਹੀ ਅਧਿਆਇ 4 ਹੈ। ਸਾਨੂੰ ਹੋਰ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਹੈ। ਇਹ ਤਾਂ ਬਸ ਬਲੇਸ਼ਰ ਨੂੰ ਯਾਦ ਕਰਾਉਣ ਲਈ ਇੱਕ ਸੰਦੇਸ਼ ਸੀ ਕਿ ਉਸ ਦੇ ਪਿਤਾ ਨਬੁਕਦਨਜ਼ਰ ਨਾਲ ਕੀ ਹੋਇਆ। ਇਸ ਦਾ ਮਕਸਦ ਸੀ ਕਿ ਬਲੇਸ਼ਰ ਅਤਿ ਮਹਾਨ ਦੀ ਸ਼ਕਤੀ ਨੂੰ ਪਛਾਣ ਲਵੇ ਅਤੇ ਇਸ ਦੇ ਬਾਅਦ ਦਾਨੀਏਲ ਆਪਣੀ ਉਂਗਲੀ ਬਲੇਸ਼ਰ ਵੱਲ ਕਰਕੇ ਉਸ ਉੱਪਰ ਦੋਸ਼ ਲਗਾਉਂਦਾ ਹੈ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੇ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਵਿੱਚੋਂ ਉਸਦੇ 5 ਅਧਿਆਇ ਦੀ 10 ਆਇਤ ਤੋਂ ਲੈ ਕੇ 31 ਆਇਤਾਂ ਤੱਕ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਅੱਜ ਦੇ ਵਚਨਾਂ ਨੂੰ ਸਿੱਖਦੇ ਹੋਏ ਅਸੀਂ ਜਾਣਿਆ ਕਿ ਦਾਨੀਏਲ ਇੱਕ ਪ੍ਰਸਿੱਧ ਵਿਅਕਤੀ ਸੀ। ਆਇਤ 14 ਦੇ ਵਿੱਚ ਰਾਜਾ ਬੇਲਸ਼ੱਸਰ ਦਾਨੀਏਲ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਬਾਰੇ ਸੁਣਿਆ ਹੈ। ਅਸੀਂ ਜਾਣਿਆ ਕਿ ਬਾਬੁਲ ਦੀ ਰਾਣੀ ਦਾਨੀਏਲ ਦੇ ਬਾਰੇ ਬੇਲਸ਼ੱਸਰ ਰਾਜੇ ਨੂੰ ਜਾਣੂ ਕਰਵਾਉਂਦੀ ਹੈ।
ਉਹ ਜਾਣਦੀ ਸੀ ਕਿ ਜੇਕਰ ਕੋਈ ਉਸ ਕੰਧ ਦੇ ਉੱਤੇ ਲਿਖੀਆਂ ਹੋਈਆਂ ਗੱਲਾਂ ਬਾਰੇ ਕੁਝ ਦੱਸ ਸਕਦਾ ਹੈ ਤਾਂ ਉਹ ਦਾਨੀਏਲ ਹੀ ਹੈ। ਰਾਣੀ ਨੇ ਰਾਜਾ ਬੇਲਸ਼ੱਸਰ ਨੂੰ 3 ਵਾਰ ਯਾਦ ਕਰਵਾਇਆ ਕਿ ਦਾਨੀਏਲ ਦਾ ਰਾਜਾ ਨਬੂਕਦਨੇਸਰ ਦੇ ਰਾਜ ਵਿੱਚ ਕੀ ਅਹੁਦਾ ਸੀ। ਅਸੀਂ ਜਾਣਿਆ ਕਿ ਦਾਨੀਏਲ ਇੱਕ ਮਹੱਤਵਪੂਰਨ ਮਨੁੱਖ ਹੈ ਅਤੇ ਉਹ ਇੱਕ ਆਤਮਿਕ ਮਨੁੱਖ ਵੀ ਹੈ, ਕਿਉਂਕਿ ਉਹਦੇ ਵਿੱਚ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਸੀ। ਇਸ ਤੋਂ ਬਾਅਦ ਅਸੀਂ ਰਾਜੇ ਦੀ ਬੇਨਤੀ ਬਾਰੇ ਜਾਣਿਆ। ਇਸ ਦਾ ਜ਼ਿਕਰ ਅਸੀਂ ਦਾਨੀਏਲ 5 ਅਧਿਆਇ ਦੀ 13 ਤੋਂ ਲੈ ਕੇ 16 ਆਇਤ ਦੇ ਵਿੱਚ ਵੇਖਦੇ ਹਾਂ। ਅਸੀਂ ਜਾਣਿਆ ਕਿ ਬਾਈਬਲ ਬਾਣੀ ਦੇ ਕਿਸੇ ਵਿਦਵਾਨ ਨੇ ਇਸ ਤਰ੍ਹਾਂ ਆਖਿਆ ਕਿ ਪਰਮੇਸ਼ਵਰ ਦੇ ਲੋਕਾਂ ਦੀ ਬੇਲਸ਼ੱਸਰ ਨੂੰ ਇੱਕ ਦਿਨ ਜ਼ਰੂਰਤ ਪਏਗੀ। ਤੁਸੀਂ ਉਸ ਦੀ ਦਾਵਤ ਦੇ ਵਿੱਚ ਸ਼ੁਰੂ ਵਿੱਚ ਤਾਂ ਨਹੀਂ ਹੋਵੋਗੇ, ਪਰ ਦਾਵਤ ਖਤਮ ਹੁੰਦੇ ਹੋਏ ਜ਼ਰੂਰ ਸ਼ਾਮਿਲ ਹੋ ਜਾਓਗੇ। ਉਹ ਤੁਹਾਨੂੰ ਸ਼ਰਾਬ ਪੀਣ ਤੋਂ ਤਾਂ ਨਹੀਂ ਕਹੇਗਾ, ਪਰ ਆਪਣੇ ਮਰਜ਼ ਦਾ ਇਲਾਜ ਜ਼ਰੂਰ ਪੁੱਛੇਗਾ। ਇਸ ਤੋਂ ਬਾਅਦ ਅਸੀਂ ਦਾਨੀਏਲ ਦੀ ਵਫਾਦਾਰੀ ਬਾਰੇ ਚਰਚਾ ਕੀਤੀ। ਅਸੀਂ ਜਾਣਿਆ ਕਿ ਦਾਨੀਏਲ ਨੂੰ ਬੇਲਸ਼ੱਸਰ ਦੇ ਪਾਪ ਤੋਂ ਨਫ਼ਰਤ ਸੀ, ਇਸ ਕਰਕੇ ਉਸਨੇ ਉਹਦੇ ਕੀਮਤੀ ਤੋਹਫੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਅਸੀਂ ਜਾਣਿਆ ਕਿ ਮਾਨ ਸਨਮਾਨ ਅਤੇ ਅਹੁਦਾ ਪਰਮੇਸ਼ਰ ਦੇ ਨਬੀ ਦੇ ਲਈ ਕੋਈ ਮਾਇਨੇ ਨਹੀਂ ਰੱਖਦਾ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਹੋ ਕਿ ਅਸੀਂ ਵੀ ਦਾਨੀਏਲ ਵਾਂਗ ਪਰਮੇਸ਼ਰ ਦੇ ਉੱਤੇ ਭਰੋਸਾ ਰੱਖੀਏ ਅਤੇ ਉਸ ਦੇ ਨਾਲ ਵਫਾਦਾਰੀ ਦੇ ਨਾਲ ਜੁੜੇ ਰਹੀਏ, ਤਾਂ ਉਹ ਸਾਨੂੰ ਰਾਜਿਆਂ ਦੇ ਸਾਹਮਣੇ ਵੀ ਉੱਚਾ ਚੁੱਕ ਸਕਦਾ ਹੈ। ਆਓ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਤੁਸੀਂ ਸਾਡੇ ਉੱਤੇ ਬਰਕਤ ਕੀਤੀ, ਸਾਨੂੰ ਅੱਜ ਦੇ ਵਚਨ ਦੇ ਦੁਆਰਾ ਆਸ਼ੀਸ਼ ਦਿੱਤੀ। ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਅੱਜ ਦੇ ਵਚਨ ਦੇ ਅਨੁਸਾਰ ਪਿਤਾ ਪਰਮੇਸ਼ਰ, ਅਸੀਂ ਦਾਨੀਏਲ ਦੀ ਖੂਬੀਆਂ ਨੂੰ ਜਾਣਿਆ, ਉਸ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ, ਤੁਹਾਡਾ ਵਚਨ ਬੋਲਦਾ ਹੈ ਕਿ ਜਦ ਤੁਸੀਂ ਕਿਸੇ ਮਨੁੱਖ ਦੇ ਉੱਤੇ ਕਿਰਪਾ ਕਰਦੇ ਹੋ ਤਾਂ ਉਹ ਪ੍ਰਸਿੱਧ ਹੋ ਜਾਂਦਾ ਹੈ। ਅਸੀਂ ਬੇਲਸ਼ੱਸਰ ਦੇ ਵਿਸ਼ੇ 'ਚ ਜਾਣਿਆ ਕਿ ਉਸ ਦੇ ਰਾਜ ਦੀ ਰਾਣੀ ਨੇ ਉਹਨੂੰ ਦਾਨੀਏਲ ਦੇ ਬਾਰੇ ਦੱਸਿਆ ਕਿ ਉਹ ਕਿੰਨਾ ਮਹਾਨ ਹੈ ਔਰ ਨਬੂਕਦਨੇਸਰ ਦੇ ਰਾਜ ਵਿੱਚ ਉਹਦਾ ਕੀ ਅਹੁਦਾ ਸੀ। ਪਿਤਾ ਪਰਮੇਸ਼ਰ, ਅੱਜ ਵੀ ਜਿਹੜੇ ਲੋਕ ਤੇਰੇ ਤੇ ਭਰੋਸਾ ਕਰਦੇ ਆ ਪਿਤਾ ਪਰਮੇਸ਼ਰ, ਉਹ ਜ਼ਿਆਦਾ ਦੇਰ ਗੁੰਮਨਾਮੀ 'ਚ ਨਹੀਂ ਰਹਿ ਸਕਦੇ। ਲੇਕਿਨ ਪਿਤਾ ਪਰਮੇਸ਼ਰ, ਤੇਰਾ ਧੰਨਵਾਦ ਕਰਦੇ ਹਾਂ ਕਿ ਤੇਰੇ ਵਿਸ਼ਵਾਸੀ, ਤੇਰੇ ਤੇ ਭਰੋਸਾ ਕਰਨ ਵਾਲੇ ਲੋਕ ਕਿਸੇ ਵੀ ਗਲਤ ਗੱਲ ਵਿੱਚ ਸਮਝੌਤਾ ਨਹੀਂ ਕਰਦੇ। ਦਾਨੀਏਲ ਨੇ ਵੀ ਆਪਣੀ ਜ਼ਿੰਦਗੀ ਵਿੱਚ ਪਿਤਾ ਪਰਮੇਸ਼ਰ ਰਾਜੇ ਬੇਲਸ਼ੱਸਰ ਦੇ ਸਾਰੇ ਤੋਹਫਿਆਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਦਾਨੀਏਲ ਨੇ ਉਸ ਦੀ ਜ਼ਿੰਦਗੀ ਨੂੰ ਦੇਖਿਆ ਕਿ ਉਹਦੀ ਜ਼ਿੰਦਗੀ ਕਿਸ ਤਰ੍ਹਾਂ ਪਾਪ ਨਾਲ ਭਰੀ ਹੋਈ ਸੀ। ਅੱਜ ਵੀ ਪਿਤਾ ਪਰਮੇਸ਼ਰ, ਸਾਡੇ ਵਿੱਚੋਂ ਬਹੁਤ ਸਾਰੇ ਲੋਕ ਪਾਪ ਨਾਲ ਭਰੇ ਹੋਏ ਹਨ ਪਿਤਾ, ਉਹਨਾਂ ਦੇ ਜੀਵਨ 'ਚ ਘਮੰਡ ਹੈ। ਮੇਰੀ ਪ੍ਰਾਰਥਨਾ ਪਿਤਾ ਪਰਮੇਸ਼ਰ, ਤੁਸੀਂ ਉਹਨਾਂ ਲੋਕਾਂ ਨਾਲ ਗੱਲਬਾਤ ਕਰੋ, ਉਹਨਾਂ ਨੂੰ ਮੌਕਾ ਬਖਸ਼ੋ ਤਾਂ ਕਿ ਉਹ ਆਪਣੇ ਪਾਪ ਤੋਂ ਜਾਣੂ ਹੋ ਸਕਣ ਔਰ ਉਸ ਤੋਂ ਮੁਕਤੀ ਪਾਉਣ ਲਈ ਤੁਹਾਡੇ ਨੇੜੇ ਆ ਸਕਣ। ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਅੱਜ ਦੇ ਵਚਨ ਦੇ ਦੁਆਰਾ ਸਾਨੂੰ ਆਸ਼ੀਸ਼ ਔਰ ਬਰਕਤ ਦੇਣ ਦੇ ਲਈ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।